ਮ੍ਰਿਤਕ ਕਉ ਜੀਵਾਲਨਹਾਰ, ਊਖੇ ਕਉ ਦੇਵਤ ਆਧਾਰ। ਮ੍ਰਿਤਕ ਕਉ ਜੀਵਾਲਨਹਾਰ, ਊਖੇ ਕਉ ਦੇਵਤ ਆਧਾਰ। ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ। ਸਭ ਕਿਛ ਤਿਸ ਕਾ ਓ ਕਰਨੈ ਜੋਗ, ਤਿਸ ਬਿਨ ਦੂਸਰ ਹੋਵਾ ਨਾ ਹੋਗ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਏ ਕਰਣੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਮਾਲਕ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਸਤਿਕਾਰ ਸਹਿਤ ਆਓ ਜੀ ਆਪਣਾ ਧਿਆਨ ਧਰੀਏ। ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਖਾਲਸਾ ਪੰਥ ਨੂੰ ਮਹਾਨ ਬਖਸ਼ਿਸ਼ ਕੀਤੀ ਹੈ, ਗੁਰੂ ਫਤਿਹ ਦੇ ਨਾਲ ਆਪਾਂ ਸਾਰੇ ਸਾਂਝ ਪਾਈਏ ਜੀ। ਗੱਜ ਵੱਜ ਕੇ ਸਾਰੇ ਗੁਰੂ ਫਤਿਹ ਦਾ ਜਵਾਬ ਗੁਰੂ ਫਤਿਹ ਦੇ ਵਿੱਚ ਦਿਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਰੰਕਾਰ ਦੀ ਬਣਾਈ ਹੋਈ ਇਸ ਮਹਾਨ ਕਾਇਨਾਤ ਨੂੰ ਸੋਹਣਾ ਬਣਾਉਣ ਦੇ ਲਈ ਸੁਖਮਨੀ ਸਾਹਿਬ ਵਰਗੀ ਮਹਾਨ ਰਚਨਾ, ਜਿਸ ਨੂੰ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ। 15ਵੀਂ ਅਸ਼ਟਪਦੀ ਦੀ ਆਪ ਜੀ ਨੇ 7ਵੀਂ ਪੌੜੀ ਸਰਵਣ ਕੀਤੀ ਹੈ। ਗੁਰੂ ਦੀ ਕਿਰਪਾ ਨਾਲ ਇੱਕ ਪੌੜੀ ਹੋਰ ਹੋ ਗਈ ਤੇ 15 ਅਸ਼ਟਪਦੀਆਂ ਤੱਕ ਅਸੀਂ ਕੰਪਲੀਟ ਕਰ ਜਾਵਾਂਗੇ। ਸਤਿਗੁਰੂ ਜੀ ਨੇ ਨਾ ਇਸ ਪਾਵਨ ਪੌੜੀ ਦੇ ਵਿੱਚ ਪਰਮਾਤਮਾ ਨੂੰ ਇਹ ਕਿਹਾ ਕਿ ਨਿਰੰਕਾਰ ਵਿੱਚ ਇੰਨੀ ਤਾਕਤ ਹੈ, ਉਹ ਮਰੇ ਹੋਏ ਨੂੰ ਜਵਾ ਸਕਦਾ ਹੈ। ਪਰ ਕਿਹੜਾ ਮੁਰਦਾ ਹੈ ਜਿਹਨੂੰ ਪਰਮਾਤਮਾ ਜਿਉਂਦਾ ਕਰ ਸਕਦਾ ਹੈ? ਮੌਤ ਤਾਂ ਕਈ ਤਰ੍ਹਾਂ ਦੀ ਹੁੰਦੀ ਹੈ। ਇੱਕ ਮੌਤ ਉਹ ਹੈ ਜਦੋਂ ਇਨਸਾਨ ਦੀ ਬਾਡੀ ਡੈਡ ਹੋ ਜਾਏ, ਇਨਸਾਨ ਦੇ ਸਵਾਸ ਬੰਦ ਹੋ ਜਾਣ, ਧੜਕਣ ਬੰਦ ਹੋ ਜਾਏ, ਡਾਕਟਰ ਡਿਕਲੇਅਰ ਕਰ ਦਿੰਦੇ ਨੇ ਬੰਦਾ ਮਰ ਗਿਆ ਹੈ। ਉਹ ਜਿਹੜੀ ਮੌਤ ਹੈ ਉਹਦੇ ਬਾਰੇ ਗੁਰਬਾਣੀ ਵਿੱਚ ਵੀ ਆਖਿਆ ਗਿਆ, ਦ੍ਰਿਸ਼ਟਵਾਨ ਹੈ ਸਗਲ ਮਥੇਨਾ, ਜੋ ਦਿਸਦਾ ਹੈ ਸਦਾ ਨਹੀਂ ਰਹੇਗਾ। ਗੁਰਬਾਣੀ ਨੇ ਚੰਦਰਮਾ, ਸੂਰਜ, ਗ੍ਰਹਿ, ਸਿਤਾਰੇ, ਧਰਤੀ ਸਭਨਾਂ ਦੇ ਲਈ ਬਿਆਨ ਕੀਤਾ ਹੈ, ਸਦਾ ਰਹਿਣ ਵਾਲਾ ਕੁਝ ਵੀ ਨਹੀਂ। ਇਨਸਾਨ ਦੀ ਗੱਲ ਆਉਂਦੀ ਹੈ ਤੇ ਗੁਰਬਾਣੀ ਕਹਿੰਦੀ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲੱਗ ਗਿਆ ਠਣਕਾ। ਸਰੀਰ ਨੂੰ ਭਾਂਡਾ ਆਖਿਆ ਜਿਹਦੇ ਵਿੱਚ ਸਵਾਸਾਂ ਦਾ ਪਾਣੀ ਹੈ, ਤਿੜਕ ਜਾਂਦਾ ਇੱਕ ਨਾ ਇੱਕ ਦਿਨ। ਫਿਰ ਗੁਰਬਾਣੀ ਦਾ ਇਹ ਵੀ ਵਚਨ ਹੈ ਜਿੱਥੇ ਸਤਿਗੁਰੂ ਜੀ ਨੇ ਕਿਹਾ ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ, ਸਦਾ ਰਹਿਣ ਵਾਲਾ ਨਹੀਂ। ਇੱਥੋਂ ਤੱਕ ਕਿ ਕੋਈ ਸੰਤ, ਭਗਤ, ਗੁਰੂ, ਪੀਰ, ਪੈਗੰਬਰ, ਸ਼ੇਖ, ਔਲੀਆ ਸਦਾ ਨਹੀਂ ਰਿਹਾ। ਜਿਹੜੇ ਆਏ ਸੰਸਾਰ ਤੋਂ ਚਲੇ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਸਰੀਰ ਤਿਆਗਿਆ ਤਾਂ ਉਹਨਾਂ ਨੇ ਅਗਾਂਹ ਬਾਬਾ ਲਹਿਣਾ ਜੀ ਨੂੰ ਬਿਠਾ ਦਿੱਤਾ ਗੁਰੂ ਅੰਗਦ ਸਾਹਿਬ ਦਾ ਨਾਮ ਦੇ ਕੇ, ਕਿਉਂਕਿ ਸੰਸਾਰ ਇਦਾਂ ਚੱਲਦਾ ਹੈ। ਇੱਕ ਇਹ ਮੌਤ ਹੈ। ਇੱਕ ਮੌਤ ਇਹ ਹੈ ਆਤਮਿਕ ਜੀਵਨ ਦੀ। ਇੱਕ ਮੌਤ ਹੈ ਕਿਸੇ ਇਨਸਾਨ ਨੂੰ ਬਹੁਤ ਦੌਲਤ ਮਿਲੀ ਹੋਵੇ, ਉਹਦੀ ਅਚਨਚੇਤ ਦੌਲਤ ਚਲੀ ਜਾਵੇ, ਉਹ ਵੀ ਮਰਿਆ ਹੁੰਦਾ। ਕਿਸੇ ਦਾ ਰੁਤਬਾ ਖੁੱਸ ਜਾਏ, ਰਾਜਨੀਤਿਕ ਮੌਤ ਵੀ ਹੁੰਦੀ। ਜ਼ਮੀਰ ਦਾ ਮਰ ਜਾਣਾ ਵੀ ਇੱਕ ਮੌਤ ਹੁੰਦੀ ਹੈ, ਜਿਹਨੂੰ ਆਮ ਕਰਕੇ ਬਾਬਾ ਜਰਨੈਲ ਸਿੰਘ ਜੀ ਕਿਹਾ ਕਰਦੇ ਸਨ, ਜ਼ਮੀਰ ਦਾ ਮਰ ਜਾਣਾ ਹੀ ਮੌਤ ਹੈ। ਸਰੀਰਕ ਮੌਤ ਨੂੰ ਮੈਂ ਮੌਤ ਮੰਨਦਾ ਹੀ ਨਹੀਂ। ਗੁਰਬਾਣੀ ਨੂੰ ਪੜ੍ਹੀਏ ਤਾਂ ਸਤਿਗੁਰੂ ਤਾਂ ਬਹੁਤ ਸਮਾਂ ਪਹਿਲਾਂ ਕਹਿ ਗਏ ਸਨ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜਿਹੜੀ ਮੌਤ ਦੀ ਗੱਲ ਇੱਥੇ ਗੱਲ ਕੀਤੀ ਗਈ ਉਹ ਪਤਾ ਕਿਹੜੀ ਹੈ? ਉਹ ਹੈ ਆਤਮਿਕ ਜੀਵਨ। ਸੱਚ ਵੱਲੋਂ ਮਰ ਜਾਣਾ, ਆਤਮਿਕ ਜੀਵਨ ਪੱਖੋਂ ਮਰ ਜਾਣਾ, ਆਪਣੇ ਆਪ ਨੂੰ ਬੁਰੇ ਪਾਸੇ ਲਾਉਣਾ।
ਗੱਲ ਪੈਸੇ ਦੀ ਨਹੀਂ ਹੁੰਦੀ, ਗੱਲ ਦੌਲਤ ਦੀ ਨਹੀਂ ਹੁੰਦੀ ਵੀ ਕਿਹੜਾ ਕਿੰਨਾ ਅਮੀਰ ਹੈ, ਕਿਹਦੇ ਕੋਲ ਕਿੰਨੀ ਦੌਲਤ ਹੈ, ਕਿਹਦੇ ਕੋਲ ਕਿੰਨਾ ਪੈਸਾ ਹੈ। ਗੱਲ ਇਹ ਹੈ ਤੁਸੀਂ ਆਪਣਾ ਆਤਮਿਕ ਰੁਤਬਾ ਕਿੰਨਾ ਕੁ ਮਹਾਨ ਕੀਤਾ, ਕਿੰਨਾ ਕੁ ਉੱਚਾ ਕੀਤਾ। ਭਾਵੇਂ ਅੱਜ ਤੁਸੀਂ ਪਿੰਡ ਦੇ ਸਰਪੰਚ ਬਣ ਜਾਓ, ਬਹੁਤ ਜ਼ਿਆਦਾ ਪੈਸਾ ਧਨ ਤੁਹਾਡੇ ਕੋਲ ਹੋਵੇ, ਕੀ ਫਾਇਦਾ ਜੇ ਕੱਲ ਨੂੰ ਮਰੇ ਹੋ ਤੇ ਤੁਹਾਡੀ ਅਰਥੀ ਦੇ ਪਿੱਛੇ ਚਾਰ ਜਾਣੇ ਨਾ ਜਾਣ, ਸਗੋਂ ਲੋਕ ਤੁਹਾਨੂੰ ਗਾਲਾਂ ਕੱਢਣ ਵੀ ਚੰਗਾ ਹੋਇਆ ਬੰਦਾ ਮਰ ਗਿਆ। ਫਿਰ ਕੀ ਫਾਇਦਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਐਸਾ ਕਰਕੇ ਜਾਈਏ ਕਿ ਜਦੋਂ ਜਾਈਏ ਅਸੀਂ ਹੱਸਦੇ ਹੋਈਏ, ਲੋਕ ਰੋਂਦੇ ਹੋਣ ਵੀ ਇਹੋ ਜਿਹੀ ਸ਼ਖਸੀਅਤ ਨੂੰ ਅਜੇ ਜਾਣਾ ਨਹੀਂ ਸੀ ਚਾਹੀਦਾ। ਕੀ ਫਾਇਦਾ ਕਿ ਕਿਸੇ ਦੇ ਜਾਣ ਤੋਂ ਬਾਅਦ ਲੋਕ ਕਹਿਣ ਕਿ ਚੰਗਾ ਹੋਇਆ ਉਹ ਮਰ ਗਿਆ। ਉਹ ਜਿਹੜੀ ਮੌਤ ਸੀ ਨਾ, ਉਹਦਾ ਕੋਈ ਫਾਇਦਾ ਨਹੀਂ, ਕਿਉਂਕਿ ਉਹ ਬੰਦਾ ਪਹਿਲਾਂ ਹੀ ਮਰ ਚੁੱਕਾ ਸੀ। ਸੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਮੌਤ ਦੀ ਗੱਲ ਆਖੀ, ਸਤਿਗੁਰ ਨੇ ਕਿਹਾ ਆਖਾਂ ਜੀਵਾਂ ਵਿਸਰੈ ਮਰ ਜਾਊਂ, ਆਖਣੇ ਔਖਾ ਸਾਚਾ ਨਾਉ। ਅਸਲ ਮੌਤ ਹੈ ਰੱਬ ਵੱਲੋਂ ਮੂੰਹ ਫੇਰ ਲੈਣਾ, ਅਸਲ ਮੌਤ ਹੈ ਸੱਚ ਵੱਲੋਂ ਮਰ ਜਾਣਾ, ਅਸਲ ਮੌਤ ਹੈ ਜ਼ਮੀਰ ਨੂੰ ਮਾਰ ਦੇਣਾ, ਆਪਣੀ ਗੈਰਤ ਨੂੰ ਮਾਰ ਦੇਣਾ, ਅਸਲ ਮੌਤ ਹੈ ਝੂਠ ਨਾਲ ਸਮਝੌਤਾ ਕਰਕੇ ਤੁਰਨਾ, ਅਸਲ ਮੌਤ ਹੈ ਗੁਰੂ ਘਰ ਵੱਲੋਂ ਪਿੱਠ ਕਰਕੇ ਚੱਲਣਾ। ਐਸਾ ਬੰਦਾ ਪਹਿਲਾਂ ਹੀ ਮਰਿਆ ਹੁੰਦਾ। ਔਰ ਇਹੋ ਜਿਹੇ ਇਨਸਾਨ ਦਾ ਜੀਣ ਦਾ ਕੀ ਫਾਇਦਾ? ਕੋਈ ਫਾਇਦਾ ਨਹੀਂ। ਜਦੋਂ ਮੈਂ ਗੁਰੂ ਅਰਜਨ ਸਾਹਿਬ ਨੂੰ ਪੜ੍ਹਦਾ ਤੇ ਗੁਰੂ ਅਰਜਨ ਸਾਹਿਬ ਇਸ ਪੌੜੀ ਵਿੱਚ ਆਹ ਗੱਲਾਂ ਕਮਾਲ ਦੀਆਂ ਲਿਖ ਦਿੰਦੇ ਨੇ। ਕਹਿੰਦੇ ਨੇ ਮਿਰਤਕ ਕੋ ਜੀਵਾਲ ਨਹਾਰ। ਕਮਾਲ ਹੈ ਹੁਣ ਕਿ ਰੱਬ ਦੇ ਵਿੱਚ ਇੰਨੀ ਸ਼ਕਤੀ ਹੈ, ਤਾਕਤ ਹੈ, ਜਿਹੜਾ ਇਨਸਾਨ ਆਤਮਿਕ ਤੌਰ ਤੇ ਵੀ ਮਰਿਆ ਹੋਵੇ, ਜੇ ਉਹ ਦੁਬਾਰਾ ਜੁੜ ਜਾਏ ਤਾਂ ਗੁਰੂ ਉਹਨੂੰ ਵੀ ਜਿਉਂਦਾ ਕਰ ਸਕਦਾ ਹੈ। ਇੱਥੇ ਐਗਜ਼ਾਮਪਲ ਮੈਂ ਦਿੰਦਾ, ਵੱਡੇ ਤੋਂ ਵੱਡੇ ਚੋਰ, ਵੱਡੇ ਤੋਂ ਵੱਡੇ ਕਪਟੀ, ਨਿੰਦਕ, ਪਾਪੀ, ਕੁਕਰਮੀ ਤਰੇ ਨੇ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਮੈਂ ਇੱਕ ਦਿਨ ਸਾਂਝਾ ਤੁਹਾਡੇ ਨਾਲ ਕੀਤਾ ਸੀ। ਸਤਿਗੁਰ ਨੇ ਕਿਹਾ, ਕਹਿੰਦੇ ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਧਰਿਓ ਗਣਕਾ ਹੂੰਗਤ ਪਾਈ। ਪਰਮਾਤਮਾ ਦੇ ਨਾਮ 'ਚ ਇੰਨੀ ਤਾਕਤ ਹੈ, ਇੰਨੀ ਸ਼ਕਤੀ ਹੈ ਕਿ ਵੱਡੀਆਂ ਵੱਡੀਆਂ ਪਾਪੀਆਂ ਨੂੰ ਵੀ ਤਾਰ ਸਕਦਾ ਹੈ। ਗਣਕਾ ਜਿਹਨੂੰ ਲੋਕ ਇੰਨਾ ਮਾੜਾ ਕਹਿੰਦੇ ਸੀ, ਅਜਾਮਲ ਜਿਹਨੂੰ ਲੋਕ ਇੰਨਾ ਮਾੜਾ ਕਹਿੰਦੇ ਸੀ, ਜੇ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਤੇ ਬੰਦਿਆ ਤੈਨੂੰ ਇਹ ਸਿੱਖਿਆ ਹੈ ਕਿ ਤੂੰ ਮਾੜਾ ਰਸਤਾ ਛੱਡ ਕੇ ਚੰਗੇ ਪਾਸੇ ਵੱਲ ਨੂੰ ਕਦਮ ਵਧਾ। ਸਤਿਗੁਰੂ ਤੇਰੇ ਤੇ ਵੀ ਕਿਰਪਾ ਕਰੇਗਾ, ਤੇਰੇ ਵੀ ਜੀਵਨ ਨੂੰ ਸੁਧਾਰ ਸਕਦਾ ਹੈ। ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਜੀਵਨ ਦੀ ਐਗਜ਼ਾਮਪਲ ਹੈ ਭਾਈ ਜੋਗਾ ਦੀ। ਭਾਈ ਜੋਗਾ ਜੀ ਜਿਹੜੇ ਕਿ ਆਪਣਾ ਵਿਆਹ ਵਿੱਚ ਹੀ ਛੱਡ ਕੇ ਆ ਗਏ ਸਨ, ਜਦੋਂ ਉਹਨਾਂ ਨੂੰ ਗੁਰੂ ਦਾ ਹੁਕਮ ਮਿਲਿਆ ਸੀ ਕਿ ਜੋਗਿਆ ਜੋ ਕਰੇ ਹੈ ਸਭ ਕੁਝ ਛੱਡ ਛਡਾ ਕੇ ਆ ਜਾ। ਜਦੋਂ ਉਹਨੇ ਆਪਣੇ ਵਿਆਹ ਤੱਕ ਨੂੰ ਵੀ ਛੱਡ ਦਿੱਤਾ ਸੀ, ਭਾਈ ਜੋਗਾ ਜਦੋਂ ਆਏ ਸਨ ਤੇ ਇਤਿਹਾਸਕਾਰ ਕਹਿੰਦੇ ਨੇ ਕਿ ਉਹ ਹੁਸ਼ਿਆਰਪੁਰ ਆ ਕੇ ਰੁਕ ਗਏ, ਕਿਉਂਕਿ ਉੱਥੇ ਇੱਕ ਨਾਚ ਚੱਲ ਰਿਹਾ ਸੀ। ਐਸੇ ਮਸਤ ਹੋਏ ਰੁਕ ਗਏ, ਪਰ ਗੁਰੂ ਦੇ ਸਿਧਾਂਤ ਨੇ, ਗੁਰੂ ਦੇ ਉਪਦੇਸ਼ ਨੇ ਬਚਾ ਲਿਆ। ਜਦੋਂ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਕੋਲ ਪਹੁੰਚੇ ਤਾਂ ਉਹਨਾਂ ਨੇ ਆਪਣੀ ਭੁੱਲ ਬਖਸ਼ਾਈ। ਸਤਿਗੁਰ ਨੇ ਬਚਾਇਆ, ਗੁਰੂ ਦੇ ਸ਼ਬਦ ਨੇ ਬਚਾਇਆ, ਗੁਰੂ ਦੀ ਵਡਿਆਈ ਨੇ ਬਚਾਇਆ, ਗੁਰੂ ਦੀ ਰਹਿਮਤ ਨੇ ਬਚਾਇਆ। ਗੁਰੂ ਬਚਾਉਂਦਾ ਵੀ ਹੈ, ਗੁਰੂ ਕਿਰਪਾ ਕਰਦਾ ਵੀ ਹੈ। ਸੋ ਜਿਹੜੇ ਆਤਮਿਕ ਤੌਰ ਤੇ ਵੀ ਮਰੇ ਹੋਏ ਨੇ, ਜਿਨ੍ਹਾਂ ਦੀ ਅਣਖ, ਗੈਰਤ, ਇੱਜ਼ਤ, ਜ਼ਮੀਰ ਮਰ ਚੁੱਕੀ ਹੈ, ਜੇ ਉਹ ਵੀ ਆਪਣੀ ਭੁੱਲ ਬਖਸ਼ਾ ਕੇ ਦੁਬਾਰਾ ਵਾਪਸ ਆ ਜਾਣ ਤਾਂ ਗੁਰੂ ਉਹਨਾਂ ਨੂੰ ਵੀ ਮੁਰਦਿਆਂ ਤੋਂ ਇਨਸਾਨ ਬਣਾ ਦਿੰਦਾ, ਗੁਰੂ ਉਹਨਾਂ ਨੂੰ ਵੀ ਆਤਮਿਕ ਜੀਵਨ ਦੇ ਦਿੰਦਾ। ਇਸੇ ਲਈ ਜਦੋਂ ਆਪਾਂ ਅੰਮ੍ਰਿਤਧਾਰੀ ਹੁੰਦੇ ਆ, ਉਹਦਾ ਮੀਨਿੰਗ ਹੁੰਦਾ ਸਾਡਾ ਪਹਿਲਾ ਜੀਵਨ ਖਤਮ ਹੋ ਗਿਆ, ਅਸੀਂ ਹੁਣ ਜੇ ਜਿਉਣਾ ਤੇ ਗੁਰੂ ਲਈ ਜਿਉਣਾ। ਉਹ ਹੈ ਮਿਰਤਕ ਕਉ ਜੀਵਾਲ ਨਾਲ, ਮੁਰਦਿਆਂ ਵਿੱਚ ਜਾਨ ਪਾ ਸਕਦਾ ਹੈ ਸਤਿਗੁਰੂ। ਤੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ, ਉਹਦੇ ਵਿੱਚ ਇੰਨੀ ਪਾਵਰ ਹੈ, ਸ਼ਕਤੀ ਹੈ, ਤਾਕਤ ਹੈ, ਆਤਮਿਕ ਜੀਵਨ ਪੱਖੋਂ ਮਰੇ ਹੋਏ ਕਿਸੇ ਵੀ ਇਨਸਾਨ ਨੂੰ ਜਿਉਂਦਾ ਕਰ ਸਕਦਾ ਹੈ। ਵੈਸੇ ਤਾਂ ਕੋਸ਼ਿਸ਼ ਕਰੋ ਕਿ ਆਪਾਂ ਕਦੇ ਮਰੀਏ ਹੀ ਨਾ, ਇਹੋ ਜਿਹੀ ਜ਼ਿੰਦਗੀ ਕਦੇ ਸਾਨੂੰ ਜਿਉਣੀ ਨਾ ਪਵੇ ਕਿ ਆਤਮਿਕ ਤੌਰ ਤੇ ਮਰ ਜਾਈਏ ਅਸੀਂ। ਭੁੱਖੇ ਕੋ ਦੇਵਤ ਆਧਾਰ, ਪਰਮਾਤਮਾ ਵਿੱਚ ਇੰਨੀ ਤਾਕਤ ਹੈ ਕਿ ਭੁੱਖੇ ਨੂੰ ਵੀ ਆਸਰਾ ਦੇ ਦਿੰਦਾ ਹੈ। ਭੁੱਖੇ ਵੇਖੋ, ਭੁੱਖ ਵੀ ਕਈ ਤਰ੍ਹਾਂ ਦੀ ਹੁੰਦੀ। ਇੱਕ ਭੁੱਖ ਹੁੰਦੀ ਹੈ ਜਿਹੜੀ ਢਿੱਡ ਦੀ ਹੋਵੇ, ਇੱਕ ਭੁੱਖ ਹੁੰਦੀ ਹੈ ਜਿਹੜੀ ਨੀਅਤ ਦੀ ਹੋਵੇ, ਇੱਕ ਭੁੱਖ ਹੁੰਦੀ ਪੈਸੇ ਦੀ, ਰੁਤਬੇ ਦੀ, ਲਾਲਚ ਦੀ। ਜੇ ਦੋ ਰੋਟੀਆਂ ਦੀ ਭੁੱਖ ਹੈ ਤੇ ਮਾਲਕ ਤਾਂ ਭਰ ਦੇਗਾ, ਪਰ ਜਿਹਦੀ ਨੀਅਤ ਭੁੱਖੀ ਹੋਵੇ ਉਹ ਨਹੀਂ ਰੱਜਦੀ ਨਾ। ਨੀਅਤ ਦਾ ਭੁੱਖਾ ਬੰਦਾ ਕਦੇ ਨਹੀਂ ਰੱਜਦਾ। ਉਹ ਆਪਣਾ ਵੀ ਤੇ ਸਮਾਜ ਦਾ ਵੀ ਤੇ ਆਪਣੇ ਪਰਿਵਾਰਾਂ ਦਾ ਵੀ ਬਹੁਤ ਜ਼ਿਆਦਾ ਵੱਡਾ ਨੁਕਸਾਨ ਕਰ ਦਿੰਦਾ, ਕਿਉਂਕਿ ਉਹਦੇ ਅੰਦਰ ਇੱਕ ਲਾਲਸਾ ਬਣੀ ਰਹਿੰਦੀ, ਬਸ ਮੈਂ ਹੜੱਪ ਕਰ ਲਵਾਂ, ਇੱਧਰੋਂ ਉੱਧਰੋਂ ਚਾਰੇ ਪਾਸਿਓਂ ਹੜੱਪ ਕਰਾਂ। ਸੋ ਜਿਹਦੀ ਨੀਅਤ ਭੁੱਖੀ ਹੈ ਉਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਜਿਹੜਾ ਭੁੱਖਾ ਹੈ ਇਨਸਾਨ, ਵਾਹਿਗੁਰੂ ਉਹਨੂੰ ਦੋ ਰੋਟੀਆਂ ਦੇ ਕੇ ਰਜਾ ਵੀ ਸਕਦਾ। ਉਹ 'ਚ ਤਾਕਤ, ਇੰਨੀ ਸ਼ਕਤੀ ਹੈ ਮਾਲਕ ਦੇ ਉੱਤੇ। ਜਦੋਂ ਮੈਂ ਕਈ ਵਾਰ ਦੇਖਦਾ ਨਾ
ਕਿ ਪਤਾ ਨਹੀਂ ਕਿੱਥੋਂ ਇਨਸਾਨ ਇਦਾਂ ਦੇ ਆ ਜਾਂਦੇ ਨੇ, ਕਿਹਦਾ ਭਲਾ ਕਰ ਜਾਂਦੇ ਨੇ। ਅਸਲ ਦੇ ਵਿੱਚ ਇਹ ਮਾਲਕ ਦੀ ਕਲਾ ਵਾਪਰ ਰਹੀ ਹੁੰਦੀ ਹੈ, ਉਹਦਾ ਭਾਣਾ ਵਾਪਰਿਆ ਹੁੰਦਾ। ਗੁਰੂ ਨਾਨਕ ਸਾਹਿਬ ਦੀ ਉਹ ਸਾਖੀ ਮੈਂ ਸ਼ੇਅਰ ਕੀਤੀ ਸੀ ਨਾ ਤੁਹਾਡੇ ਨਾਲ ਕਿ ਇੱਕ ਸਿੱਖ ਬਹੁਤ ਗਰੀਬ ਸੀ ਤੇ ਪਿੰਡ ਵਾਲਿਆਂ ਨੇ ਕੀ ਕਰਨਾ, ਜਦੋਂ ਕੋਈ ਉਸ ਪਿੰਡ ਦੇ ਵਿੱਚ ਲੋੜਵੰਦ ਆਉਣਾ ਤਾਂ ਉਹਨਾਂ ਨੇ ਉਹਦੇ ਘਰ ਨੂੰ ਭੇਜ ਦੇਣਾ। ਅੱਜ ਇੱਕ ਇਨਸਾਨ ਨੇ ਆ ਕੇ ਦਰਵਾਜ਼ਾ ਖੜਕਾਇਆ, ਮੈਂ ਬਹੁਤ ਭੁੱਖਾ ਹਾਂ 3 ਦਿਨਾਂ ਤੋਂ, ਤੈਨੂੰ ਗੁਰੂ ਨਾਨਕ ਦਾ ਵਾਸਤਾ ਹੀ 2 ਰੋਟੀਆਂ ਛਕਾ ਦੇ। ਉਹ ਸਿੱਖ ਸਾਰਾ ਦਿਨ ਕੰਮ ਕਰਦਾ ਰਿਹਾ ਤੇ ਪਤੀ ਪਤਨੀ ਦੋਨੋਂ ਭੁੱਖੇ ਸਨ। ਜਦੋਂ ਪ੍ਰਸ਼ਾਦੇ ਤਿਆਰ ਕੀਤੇ ਤੇ ਸਾਰੇ ਉਹਨੂੰ ਛਕਾ ਦਿੱਤੇ, ਆਪ ਘੁੱਟ ਪਾਣੀ ਦਾ ਪੀ ਕੇ ਸੌਂ ਗਏ। ਇਹ ਸਭ ਕੁਝ ਉਸ ਰਾਹੀ ਨੇ ਵੇਖਿਆ। ਉਹਨੇ ਅਰਦਾਸ ਕੀਤੀ ਕਿ ਸਹੀ ਮਾਇਨੇ ਵਿੱਚ ਜੇ ਮੈਂ ਅੱਜ ਪ੍ਰਮਾਤਮਾ ਨੂੰ ਵੇਖਿਆ ਤੇ ਮੈਂ ਤੁਹਾਡੇ ਵਿੱਚੋਂ ਵੇਖਿਆ। ਪਤਾ ਨਹੀਂ ਕਿਹੜੇ ਭਾਣੇ ਵਾਪਰ ਜਾਂਦੇ ਨੇ ਕਦੋਂ ਲਾਈਫ ਦੇ ਵਿੱਚ, ਜ਼ਿੰਦਗੀ ਦੇ ਵਿੱਚ। ਸੋ ਇਹ ਵੀ ਇੱਕ ਸ਼ੁਕਰ ਹੈ ਕਿ ਜਦੋਂ ਮਾਲਕ ਸਾਡੀ ਭੁੱਖ ਪੂਰੀ ਕਰਦਾ ਹੈ ਤੇ ਆਪਾਂ ਅਰਦਾਸ ਕਰੀਏ, ਦਾਤਿਆ ਇਹ ਜੇਕਰ 2 ਰੋਟੀਆਂ ਸਾਡੇ ਢਿੱਡ ਵਿੱਚ ਪਈਆਂ ਨੇ ਤੇ ਤੇਰੀ ਰਹਿਮਤ ਕਰਕੇ ਪਈਆਂ ਨੇ। ਜਿਵੇਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਹਾ ਕਰਦੇ ਸਨ ਕਿ ਲਾਲਚ ਨਾ ਕਰਿਆ ਕਰੋ, ਕਿਉਂਕਿ ਲਾਲਚ ਬੁਰੀ ਬਲਾ ਹੁੰਦੀ ਹੈ। ਭਲਿਓ ਜਿਸ ਮਾਲਕ ਨੇ ਅੱਜ ਦਿੱਤਾ ਉਹ ਮਾਲਕ ਕੱਲ ਵੀ ਦੇਗਾ। ਕਈ ਵਾਰ ਆਪਾਂ ਇਹ ਸੋਚਦੇ ਹਾਂ ਕਿ ਸ਼ਾਇਦ ਸਾਡੇ ਕਰਕੇ ਕੋਈ ਰੋਟੀ ਖਾ ਰਿਹਾ, ਨਹੀਂ, ਤੇਰੇ ਕਰਕੇ ਨਹੀਂ, ਤੂੰ ਵੀ ਰੱਬ ਕਰਕੇ ਖਾ ਰਿਹਾ। ਤੇਰੇ ਕਰਕੇ ਕੋਈ ਰੋਟੀ ਨਹੀਂ ਖਾ ਰਿਹਾ, ਰੱਬ ਕਰਕੇ ਸਾਰੇ ਖਾ ਰਹੇ ਨੇ। ਇਸ ਲਈ ਤੈਨੂੰ ਹੰਕਾਰ ਵਿੱਚ ਆਉਣ ਦੀ ਲੋੜ ਨਹੀਂ। ਮਾਲਕ ਚਾਹੇਗਾ ਤੇ ਦੇਗਾ, ਨਹੀਂ ਤੇ ਨਾ ਸਹੀ। ਮਿਰਤਕ ਕੋ ਜੀਵਾਲ ਨਹਾਰ, ਭੂਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਏ। ਉਹਦੀ ਜਿਹੜੀ ਦ੍ਰਿਸ਼ਟ ਹੈ ਉਹਦੇ ਵਿੱਚ ਸਾਰੇ ਖਜ਼ਾਨੇ, ਤੇਰੀ ਮਿਹਰ ਦੇ ਵਿੱਚ ਹੀ ਸਾਰੇ ਖਜ਼ਾਨੇ। ਕਹੋ ਹਾਂ ਐ ਗੁਰੂ ਨਾਨਕ ਤੇਰੀ ਮਿਹਰ ਵਿੱਚ ਸਾਰੇ ਖਜ਼ਾਨੇ, ਐ ਗੁਰੂ ਨਾਨਕ ਤੇਰੀ ਮਿਹਰ ਦੀ ਨਿਗਾਹ ਦੇ ਵਿੱਚ ਹੀ ਸਾਰੀਆਂ ਬਰਕਤਾਂ ਨੇ। ਜਿੱਥੇ ਤੇਰੀ ਮਿਹਰ ਦੀ ਨਿਗਾਹ ਪੈ ਗਈ ਸਾਰੀਆਂ ਰਹਿਮਤਾਂ ਨੇ। ਤੇ ਵੇਖੋ ਗੁਰੂ ਅਰਜਨ ਸਾਹਿਬ ਨੇ ਕਿੰਨੀ ਕਮਾਲ ਕੀਤੀ, ਕਹਿੰਦੇ ਬੰਦਿਆ ਬੰਦੇ ਦੇ ਪਿੱਛੇ ਲੱਗਣ ਦੀ ਤੈਨੂੰ ਲੋੜ ਨਹੀਂ, ਜਿਹਦੇ ਉੱਤੇ ਮਾਲਕ ਦੀ ਮਿਹਰ ਦੀ ਨਿਗਾਹ ਹੋ ਜਾਂਦੀ ਉਹ ਖਜ਼ਾਨਿਆਂ ਨਾਲ ਭਰਪੂਰ ਹੋ ਜਾਂਦਾ, ਰੱਜ ਜਾਂਦਾ। ਉਹ ਤੋਂ ਵੱਡਾ ਅਮੀਰ ਕੌਣ? ਉਹ ਤੋਂ ਵੱਡਾ ਬਾਦਸ਼ਾਹ ਕੌਣ? ਉਹ ਤੋਂ ਵੱਡਾ ਸ਼ਾਹ ਕੌਣ? ਉਹ ਤਾਂ ਆਪ ਬਾਦਸ਼ਾਹ ਦਾ ਬਾਦਸ਼ਾਹ ਹੈ। ਜਿਹਦੇ ਉੱਤੇ ਉਹ ਮਿਹਰ ਦੀ ਨਿਗਾਹ ਕਰਦਾ ਉਹਨੂੰ ਰਾਤੋਂ ਰਾਤ ਮਾਲੋ ਮਾਲ ਕਰ ਦਿੰਦਾ। ਪਤਾ ਵੀ ਨਹੀਂ ਲੱਗਦਾ ਕਿ ਕਿੱਥੋਂ ਆਉਂਦੇ ਨੇ ਮਾਇਆ, ਕਿੱਥੋਂ ਆਉਂਦਾ ਧਨ, ਕਿੱਥੋਂ ਆਉਂਦੀ ਹੈ ਦੌਲਤ, ਕਿੱਥੋਂ ਮਿਲਦੀਆਂ ਸਾਰੀਆਂ ਸ਼ਾਨੋ ਸ਼ੌਕਤਾਂ। ਸਤਿਗੁਰ ਕਹਿੰਦੇ ਨੇ ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲੈਣਾ ਪਾਹੇ। ਪਰ ਜਿਹੜਾ ਜੀਵ ਹੈ ਉਹ ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਭੋਗਦਾ ਹੈ। ਉਹ ਕੀ ਹੈ? ਆਹ ਜਿਹੜੀ ਲਾਈਫ ਹੈ ਨਾ ਸਾਡੀ, ਇਹਦੇ ਵਿੱਚ ਅਸੀਂ ਕਈ ਤਰ੍ਹਾਂ ਨਾਲ ਵਿਚਰਦੇ ਹਾਂ। ਕਈ ਜਨਮ ਜਿਉਂਦੇ ਹਾਂ, ਕਈ ਜਨਮ ਮਰਦੇ। ਅੱਜ ਦੇ ਵਿੱਚ ਅਸੀਂ ਕੀ ਕੀਤਾ, ਕੱਲ ਨੂੰ ਆਪਾਂ ਜਾ ਕੇ ਭੁੱਲ ਜਾਣਾ। ਕੱਲ ਆਪਾਂ ਕੀ ਕਿਹਾ ਜਾਂ ਕੀਤਾ ਪਰਸੋਂ ਆਪਾਂ ਭੁੱਲ ਜਾਵਾਂਗੇ। ਜ਼ਿੰਦਗੀ ਜਿਹੜੀ ਹੈ ਨਾ, ਉਹਦਾ ਜਿਹੜਾ ਪਿਛਲਾ ਹਿੱਸਾ ਆਪਾਂ ਕੱਟ ਕੇ ਆਏ, ਉਹਦੇ ਵਿੱਚ ਜੋ ਅਸੀਂ ਮੰਦੇ ਚੰਗੇ ਕੰਮ ਕੀਤੇ ਹੁੰਦੇ ਨੇ ਨਾ, ਉਹਨਾਂ ਮੰਦੇ ਚੰਗੇ ਕਰਮਾਂ ਤੋਂ ਨਿਰੰਕਾਰ ਦੀ ਕੁਦਰਤ ਦੇ ਅਸੂਲ ਮੁਤਾਬਕ ਸੰਸਕਾਰ ਬਣਦੇ ਨੇ। ਸਮਾਂ ਕਦੇ ਵੀ ਇਦਾਂ ਨਹੀਂ ਜਾਂਦਾ, ਵਿਅਰਥ ਨਹੀਂ ਜਾਂਦਾ। ਜੋ ਆਪਾਂ ਕਰਕੇ ਆਉਂਦੇ ਆ ਉਹਦੇ ਸੰਸਕਾਰ ਰੂਪ ਲੇਖ ਬਣਦੇ ਜਾਂਦੇ ਨੇ, ਸਟੋਰ ਸਭ ਕੁਝ ਹੁੰਦਾ ਜਾਂਦਾ। ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਕਿ ਚਿੱਤਰਗੁਪਤ ਦਾ ਜਿਹੜਾ ਮਾਮਲਾ ਹੈ ਨਾ, ਉਹ ਬੜਾ ਗੰਭੀਰ ਹੈ, ਸਮਝਣ ਵਾਲਾ ਹੈ। ਗੁਰਬਾਣੀ ਨੇ ਕਦੇ ਚਿੱਤਰਗੁਪਤ ਨੂੰ ਨਾ ਨਕਾਰਿਆ ਤੇ ਨਾ ਉਹਨਾਂ ਚਿੱਤਰਗੁਪਤਾਂ ਨੂੰ ਮੰਨਿਆ ਕਿਹੜੇ ਅਸਲ 'ਚ ਚਿੱਤਰਗੁਪਤ ਹੁੰਦੇ ਨੇ ਇਨਸਾਨ ਦੇ ਸੰਸਕਾਰ। ਚਿੱਤਰ ਦਾ ਮਤਲਬ ਤਸਵੀਰ ਹੁੰਦਾ ਹੈ, ਗੁਪਤ ਜੋ ਦਿਸਣ ਨਾ। ਹੁਣ ਮੇਰੇ ਅੰਦਰ ਕੀ ਹੈ ਤੁਹਾਨੂੰ ਦਿਸਦਾ? ਤੁਸੀਂ ਇਹੀ ਦੇਖਦੇ ਹੋ ਵੀ ਭਾਈ ਗੰਭੀਰ ਕਥਾ ਕਰਦਾ ਹੈ, ਇਹੀ ਦੇਖਦੇ ਹੋ। ਸੁਖਮਣੀ ਕੀਤੀ ਉਹਨੇ ਜਪਜੀ ਸਾਹਿਬ ਦੀ ਕੀਤੀ, ਉਹ ਵਿਚਾਰਾਂ ਕਰਦਾ ਹੈ। ਮੇਰੇ ਅੰਦਰ ਕੀ ਹੈ ਤੁਸੀਂ ਜਾਣਦੇ ਹੋ? ਜਾਂ ਮੈਂ ਤੁਹਾਡੇ ਅੰਦਰ ਕੀ ਜਾਣਦਾ ਨਹੀਂ? ਉਹ ਜੋ ਕੁਝ ਨਹੀਂ ਨਾ ਦਿਸਦਾ ਉਹਨੂੰ ਕਹਿੰਦੇ ਨੇ ਚਿੱਤਰਗੁਪਤ ਰੂਪ ਸੰਸਕਾਰ, ਜੋ ਨਾ ਦਿਸਣ। ਉਹਦੇ ਬਾਰੇ ਮੈਨੂੰ ਪਤਾ ਹੈ। ਹੁਣ ਇਹ ਜਿਹੜੀ ਚੀਜ਼ ਹੈ ਕਿਸੇ ਮਸ਼ੀਨ 'ਚ ਥੋੜ੍ਹੀ ਆਉਣ ਲੱਗੀ ਜਾਂ ਸਕੈਨ ਥੋੜ੍ਹੀ ਆਉਣ ਲੱਗੀ ਨਾ, ਇਹ ਮੈਨੂੰ ਪਤਾ ਹੈ। ਇਹਦੇ ਬਾਰੇ ਮੈਂ ਜਾਣਦਾ, ਆਪਣੇ ਬਾਰੇ ਤੁਸੀਂ ਜਾਣਦੇ ਹੋ। ਉਹ ਜੋ ਕੁਝ ਅਸੀਂ ਪਿਛਲੇ ਸਮੇਂ ਦੇ ਵਿੱਚ ਕੀਤਾ ਹੋਵੇਗਾ ਨਾ, ਉਹ ਸੰਸਕਾਰ ਰੂਪ ਚਿੱਤਰਗੁਪਤ ਹੈ ਜੋ ਸਾਡੇ ਅੰਦਰ ਹੈ। ਅਸੀਂ ਬਚਣਾ ਹੈ ਕਿਹਦੇ ਤੋਂ? ਅਸੀਂ ਬਚਣਾ ਹੈ ਮਾੜਿਆਂ ਕੰਮਾਂ ਤੋਂ। ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ ਸੰਸਕਾਰ ਉਹਦੇ ਵੀ ਬਣਦੇ ਨੇ, ਮਾੜੇ ਕੰਮ ਕਰਦੇ ਹਾਂ ਸੰਸਕਾਰ ਉਹਦੇ ਵੀ ਬਣਦੇ ਨੇ। ਮੰਨ ਲਓ ਲਾਈਕ ਜਿੱਦਾਂ CCTV ਕੈਮਰਾ ਲੱਗਾ ਹੈ, ਅਸੀਂ ਜੋ ਵੀ ਮਾੜੀਆਂ ਜਾਂ ਚੰਗੀਆਂ ਹਰਕਤਾਂ ਕਰਦੇ ਹਾਂ ਉਹਦੇ 'ਚ ਰਿਕਾਰਡ ਹੁੰਦੀਆਂ ਜਾਂਦੀਆਂ ਨੇ। ਕੈਮਰੇ ਦਾ ਕੰਮ ਕੀ ਜੀ ਭਲਾ?
ਰਿਕਾਰਡ ਕਰਨਾ, ਕੈਪਚਰ ਕਰਨਾ, ਉਹ ਕੈਪਚਰ ਕਰ ਰਿਹਾ। ਇਹ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਚੰਗਾ ਕਰਨਾ ਹੈ ਕਿ ਮਾੜਾ ਕਰਨਾ। ਕੈਪਚਰ ਕੈਮਰੇ ਨੇ ਕਰਨਾ। ਐਦਾਂ ਹੀ ਲਾਇਕ ਆਪਾਂ ਕਹਿ ਸਕਦੇ ਹਾਂ ਕਿ ਨਿਰੰਕਾਰ ਦੀ ਜਿਹੜੀ ਕੁਦਰਤ ਹੈ ਉਹਦੇ ਕੁਝ ਸਿਸਟਮ ਨੇ ਜੋ ਅਸੀਂ ਬੋਲ ਰਹੇ ਹਾਂ, ਚੰਗਾ ਕਰ ਰਹੇ ਹਾਂ, ਮਾੜਾ ਕੰਮ ਕਰ ਰਹੇ ਹਾਂ, ਚੰਗਾ ਸੋਚ ਰਹੇ ਹਾਂ, ਮਾੜਾ ਸੋਚ ਰਹੇ ਹਾਂ, ਉਹ ਕੈਪਚਰ ਹੋ ਰਿਹਾ, ਸਾਰਾ ਦਾ ਸਾਰਾ ਕੈਪਚਰ ਹੋ ਰਿਹਾ। ਉਹਦੇ ਮੁਤਾਬਕ ਹੀ ਜੀਵਨ ਬਣਦਾ, ਉਹਦੇ ਮੁਤਾਬਕ ਹੀ ਫਲ ਭੋਗਣੇ ਪੈਂਦੇ ਨੇ ਸਾਨੂੰ, ਕਿਉਂਕਿ ਜੋ ਆਪਾਂ ਕੰਮ ਕਰਾਂਗੇ ਉਹਨਾਂ ਕੰਮਾਂ ਦਾ ਹਿਸਾਬ ਕਿਤਾਬ ਕੁਦਰਤ ਹਰ ਇਨਸਾਨ ਪਾਸੋਂ ਲੈਂਦੀ ਹੈ ਤੇ ਨਾਲੋਂ ਨਾਲ ਹੀ ਉਹਨਾਂ ਦਾ ਭੁਗਤਾਨ ਵੀ ਕਰੀ ਜਾਂਦੀ ਹੈ। ਔਰ ਇਹ ਕੋਈ ਵਹਿਮ ਵਾਲੀ ਗੱਲ ਨਹੀਂ ਹੈ, ਜੀਵਨ ਬਣਦਾ ਹੀ ਇਸ ਤਰੀਕੇ ਨਾਲ ਹੈ। ਸਤਿਗੁਰੂ ਅੱਗੇ ਅਰਦਾਸ ਕਰੋ ਕਿ ਸਾਥੋਂ ਕਦੇ ਵੀ ਕਿਸੇ ਦਾ ਬੁਰਾ ਨਾ ਹੋਵੇ ਤੇ ਮਾੜਾ ਨਾ ਸੋਚਿਆ ਜਾਏ। ਸਤਿਗੁਰੂ ਕਹਿੰਦੇ ਸਭ ਕਿਛ ਤਿਸਕਾ ਉਹ ਕਰਨੈ ਜੋਗ, ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ ਤੇ ਪ੍ਰਮਾਤਮਾ ਸਭ ਕੁਝ ਕਰਨ ਦੇ ਯੋਗ ਹੈ, ਭਾਵ ਸਮਰੱਥ ਹੈ। ਉਹਦੇ ਤੋਂ ਵੱਡੀ ਹੋਰ ਕੋਈ ਸ਼ਕਤੀ ਤਾਕਤ ਨਹੀਂ। ਤਿਸ ਬਿਨ ਉਹਦੇ ਤੋਂ ਬਗੈਰ ਦੂਸਰ ਹੋਵਾ ਨਾ ਹੋਗ। ਹੁਣ ਉਹਦੇ ਤੋਂ ਬਗੈਰ ਨਾ ਤਾਂ ਕੋਈ ਦੂਸਰਾ ਹੈ ਤੇ ਨਾ ਕੋਈ ਦੂਸਰਾ ਹੋਵੇਗਾ, ਭਾਵ ਜੋ ਉਹ ਕਰ ਸਕਦਾ ਹੈ ਉਹੀ ਕਰ ਸਕਦਾ। ਉਹਦੇ ਤੋਂ ਬਗੈਰ ਕੋਈ ਸ਼ਕਤੀ ਕੋਈ ਤਾਕਤ ਐਸੀ ਹੈ ਹੀ ਨਹੀਂ ਜਿਹੜੀ ਉਹਦੇ ਸਮਰੱਥ ਹੋਵੇ, ਜਿਹੜੀ ਉਹਦੇ ਵੱਡੀ ਉਹਦੇ ਬਰਾਬਰ ਹੋਵੇ, ਉਹਦੇ ਜਿੱਡੀ ਹੋਵੇ। ਵੀ ਇੱਥੇ ਤਾਂ ਨਿਰੰਕਾਰ। ਇਸ ਲਈ ਇਸ ਗੱਲ ਨੂੰ ਸਮਝਣ ਲਈ ਮੈਂ ਕਹਿ ਦੇਵਾਂ, ਸਾਨੂੰ ਕਦੇ ਵੀ ਭੁੱਲ ਕੇ ਐਵੇਂ ਹੋਰ ਫਾਲਤੂ ਦੀਆਂ ਜਿਹੜੀਆਂ ਸ਼ਕਤੀਆਂ ਤਾਕਤਾਂ ਕਹੀਆਂ ਜਾਂਦੀਆਂ ਨੇ ਉਹਨਾਂ ਸਾਹਮਣੇ ਝੁਕਣ ਦੀ ਲੋੜ ਨਹੀਂ ਆ। ਕੁਝ ਵਿਸ਼ੇਸ਼ ਕਰਮਕਾਂਡ ਕਰਨ ਦੀ ਲੋੜ ਨਹੀਂ ਆ। ਸਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਕਿ ਸਾਨੂੰ ਡਾਇਰੈਕਟ ਗੁਰੂ ਕਲਗੀਆਂ ਵਾਲੇ ਨੇ ਬਾਪੂ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਜੋ ਸਾਨੂੰ ਡਾਇਰੈਕਟ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਦੇ ਨੇ। ਸਾਡਾ ਤਾਂ ਜੀਵਨ ਇੰਨਾ ਭਲਾ ਸਤਿਗੁਰੂ ਨੇ ਸੁਖੈਨ ਕਰ ਦਿੱਤਾ। ਤੇ ਜਪ ਜਨ ਸਦਾ ਸਦਾ ਦਿਨ ਰਹਿਣੀ, ਇਸ ਲਈ ਪਿਆਰਿਆ ਰਾਤ ਹੋਵੇ ਚਾਹੇ ਦਿਨ ਤੂੰ ਉਹਦੇ ਸ਼ੁਕਰ ਵਿੱਚ ਰਹਿ, ਉਹਦੇ ਸ਼ੁਕਰਾਨੇ ਵਿੱਚ ਰਹਿ। ਸਭ ਤੇ ਊਚ ਨਿਰਮਲ ਇਹ ਕਰਨੀ, ਆਹ ਜਿਹੜਾ ਕੰਮ ਹੈ ਇਹ ਸਭ ਤੋਂ ਉੱਚਾ ਹੈ। ਆਹ ਜਿਹੜੀ ਕਰਨੀ ਹੈ ਇਹ ਸਾਰਿਆਂ ਤੋਂ ਉੱਚੀ ਹੈ ਔਰ ਇਹਦੇ ਤੋਂ ਚੰਗਾ ਹੋਰ ਕੋਈ ਵੀ ਕੰਮ ਨਹੀਂ। ਕਿਹੜਾ? ਕਿ ਰੱਬ ਦਾ ਨਾਮ ਜਪਣਾ, ਚੰਗੇ ਕੰਮ ਕਰਨੇ, ਆਪਣੀ ਨੇਕ ਨੀਤੀ ਰੱਖਣੀ, ਮਾਲਕ ਦੇ ਚਰਨਾਂ 'ਚ ਝੁਕਾ ਰੱਖਣਾ, ਦੂਸਰਿਆਂ ਦਾ ਵੀ ਭਲਾ ਕਰਨਾ। ਕਰ ਕਿਰਪਾ ਜਿਸ ਕੋ ਨਾਮ ਦੀਆ, ਕਿਰਪਾ ਕਰਕੇ ਜਿਸ ਮਨੁੱਖ ਨੂੰ ਉਹ ਵਾਹਿਗੁਰੂ ਆਪਣੇ ਨਾਮ ਦੀ ਬਖਸ਼ਿਸ਼, ਨਾਮ ਦੀ ਦੌਲਤ ਦਿੰਦਾ ਹੈ। ਸਤਿਗੁਰੂ ਕਹਿੰਦੇ ਨਾਨਕ ਹੈ ਨਾਨਕ ਸੋ ਜਨ ਉਹ ਇਨਸਾਨ ਨਿਰਮਲ ਥੀਆ, ਪਵਿੱਤਰ ਜੀਵਨ ਵਾਲਾ ਹੋ ਜਾਂਦਾ। ਇਹ 7ਵੀਂ ਪੌੜੀ ਹੈ ਜੋ ਆਪ ਜੀ ਨੇ ਸਰਵਣ ਕੀਤੀ ਹੈ। ਉਹ ਇਨਸਾਨ ਬੜੇ ਹੀ ਪਾਕ ਪਵਿੱਤਰ ਅਤੇ ਮਹਾਨ ਜੀਵਨ ਵਾਲਾ ਹੋ ਜਾਂਦਾ ਜਿਹਦੇ ਉੱਤੇ ਸਤਿਗੁਰੂ ਕਿਰਪਾ ਕਰਦਾ ਹੈ, ਜਿਹਦਾ ਜੀਵਨ ਇਸ ਤਰ੍ਹਾਂ ਦਾ ਹੋ ਜਾਂਦਾ। ਸੋ ਆਓ ਮੇਨ ਗੱਲ ਹੈ ਕਿ ਅਸੀਂ ਆਤਮਿਕ ਜੀਵਨ ਪੱਖੋਂ ਨਾ ਮਰੀਏ, ਅਸੀਂ ਆਤਮਿਕ ਜੀਵਨ ਨੂੰ ਖਤਮ ਨਾ ਕਰੀਏ, ਅਸੀਂ ਮਾੜੇ ਕੰਮ ਨਾ ਕਰੀਏ, ਆਪਣੇ ਕਰੈਕਟਰ ਨੂੰ ਉੱਚਾ ਸੁੱਚਾ ਰੱਖੀਏ ਤੇ ਇਹ ਅਰਦਾਸ ਕਰੀਏ ਕਿ ਵਾਹਿਗੁਰੂ ਤੇਰੇ ਤੋਂ ਵੱਡਾ ਕੋਈ ਨਹੀਂ, ਜੋ ਕਰਨਾ ਤੂੰ ਕਰਨਾ, ਤੇਰੇ ਵਰਗਾ ਹੋਰ ਕੋਈ ਨਾ ਸੀ ਨਾ ਹੈ ਨਾ ਹੋਵੇਗਾ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੂੰ ਹੈ, ਤੂੰ ਸੀ, ਤੂੰ ਹੀ ਹੋਏਗਾ। ਅਸੀਂ ਕੀ ਆ? ਅਸੀਂ ਮਾਮੂਲੀ ਇਨਸਾਨ ਆ, ਉਹਦੀਆਂ ਖੇਡਾਂ। ਅਸੀਂ ਕੁਝ ਚੰਗਾ ਕਰਕੇ ਜਾਣਾ ਦੁਨੀਆ 'ਚ। ਸੋ ਆਓ ਸੁਖਮਨੀ ਸਾਹਿਬ ਦੇ ਇਹ ਬਚਨ ਜਿਹੜੇ ਹੈ ਉਹਨਾਂ ਨੂੰ ਪੱਲੇ ਬੰਨੀਏ, ਆਪ ਸੁਧਰੀਏ, ਆਪਣੇ ਪਰਿਵਾਰਾਂ ਨੂੰ ਸੁਧਾਰੀਏ ਤੇ ਜਿੱਥੋਂ ਤੱਕ ਹੋ ਸਕੇ ਦੂਸਰਿਆਂ ਦਾ ਵੀ ਭਲਾ ਕਰਕੇ ਜਾਈਏ। ਆਪ ਜਪੋ ਅਵਰਾ ਨਾਮ ਜਪਾਵੋ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।